ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਦੰਡਾਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਦੀ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਭੁਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਹੋ ਅੰਗੁਰੀਆ ਸਰਵਨ ਨਾ ਸੁਰਤ ਨੈਣ ਸੁੰਦਰ ਨਹੀਂ ਆਰਤ ਗਾਰ ਲਟਕ ਪਿੰਗੁਰੀਆ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਤ ਕਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਦੀਜੈ ਜੇ ਤੂੰ ਕਥਾ ਕਿਰਪਾ ਨਿਧਾਨ ਨਾ ਦੂਜਾ ਵਿਖਾਲ ਇਹਾ ਪਾਈ ਮੋ ਦਾਤੜੀ ਨਿਤ ਹਿਰਦੈ ਰੱਖਾ ਸਮਾਲ ਜਿਉ ਬੁਲਾਵਹਿ ਤਿਉ ਬੋਲਹਿ ਸੁਆਮੀ ਕੁਦਰਤ ਕਵਣ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਬੇਸੁਮਾਰ ਅਥਾਹ ਅਗਨਤ ਅਤੁਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਜਿਉ ਬੁਲਾਵਹੁ ਤਿਉ ਨਾਨਕ ਦਾਸ ਬੋਲੈ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜਿਉ ਸੁਖ ਦਾਤਾ ਹੋਈ ਸਗਲ ਖਲਾਸੀ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ
ਸੁਖ ਦਾਤਾ ਹੋਈ ਸਗਲ ਖਲਾਸੀ ਰਹਾਉ ਅਵਰ ਨ ਕੋ ਸੂਝੇ ਪ੍ਰਭ ਬਿਨ ਕਹੋ ਕੋ ਕਹਿ ਪਹਿਚਾਸੀ ਜੋ ਜਾਨਹੁ ਜੋ ਰੱਖੋ ਠਾਕੁਰ ਸਭ ਕਛ ਤੁਮ ਹੀ ਪਾਸੀ ਹਾਥ ਤੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਿਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਹਾਥ ਤੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਿਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮ ਕੀ ਫਾਸੀ ਸਾਰਕ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਤਖਤ ਜਬਰ ਸਦਰ ਦੇ ਮਾਲਕ ਜੁਗੋ ਜੁਗ ਅਟਲ ਪਤਿਤ ਪਾਵਨ ਭਗਤ ਵਛਲ ਕਰਨਾ ਨਿਧਾਨ ਅੰਤਰਜਾਮੀ ਸ਼ਬਦ ਗੁਰ ਕੀੜਾ ਕਹਿਣ ਕਬੀਰਾ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਅੰਮ੍ਰਿਤ ਵੇਲੇ ਸਤਿਗੁਰੂ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿੱਚ ਦੀਵਾਨ ਸਜ ਰਿਹਾ ਹੈ। ਸਜੇ ਹੋਏ ਦੀਵਾਨ ਅੰਦਰ ਸਤਿਗੁਰਾਂ ਦੀ ਪਾਵਨ ਪਵਿੱਤਰ ਸਰੂਪਾਂ ਦੇ ਪ੍ਰਕਾਸ਼ ਦੀ ਸੇਵਾ ਹੋਈ। ਨਿਤਨੇਮ ਪੰਜ ਬਾਣੀਆਂ ਦਾ ਪਾਠ ਹੋਇਆ। ਆਪ ਜੀ ਨੇ ਗੁਰੂ ਘਰ ਪਹੁੰਚ ਕੇ ਗਰੀਬ ਨਿਵਾਜ ਸਤਿਗੁਰਾਂ ਦੇ ਦਰਸ਼ਨ ਦੀਦਾਰ ਕੀਤੇ। ਅੰਮ੍ਰਿਤ ਬਾਣੀ ਸਰਵਣ ਕਰਕੇ ਆਪਣੇ ਜੀਵਨ ਦਾ ਮਹਾਨ ਲਾਹਾ ਪ੍ਰਾਪਤ ਕੀਤਾ ਹੈ। ਆਨੰਦ ਮਾਣਿਆ। ਗੁਰੂ ਘਰ ਦੀ ਰੋਜ਼ਾਨਾ ਮਰਿਆਦਾ ਗੁਰਬਾਣੀ ਦੀ ਲੜੀਵਾਰ ਕਥਾ ਦਾ ਸਮਾਂ ਹੋਇਆ ਹੈ। ਮਨ ਚਿੱਤ ਵਿਅਕਤੀਆਂ ਇਕਾਗਰ ਕਰਕੇ ਸਤਿਗੁਰਾਂ ਦੇ ਚਰਨਾਂ ਨਾਲ ਜੁੜੀਏ ਅਤੇ ਆ ਰਹੀ ਕਥਾ ਸਰਵਣ ਕਰਕੇ ਆਪਣੇ ਜੀਵਨ ਦਾ ਹੋਰ ਲਾਹਾ ਪ੍ਰਾਪਤ ਕਰੀਏ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਾਰਕ ਮਹੱਲਾ ਪੰਜਵਾ ਪ੍ਰਭ ਸਿਮਰਤ ਦੁਖ ਬਿਨਾਸੀ। ਸਾਧ ਸੰਗਤ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰ ਤਾਜ ਬਾਣੀ ਕੇ ਮੋਹਿਤ ਸ਼ਾਂਤੀ ਦੇ ਪੁੰਜ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਉਪਦੇਸ਼ ਬਖਸ਼ ਕਰਦੇ ਹਨ। ਸਾਰਕ ਰਾਗ ਦੇ ਵਿੱਚ ਸਤਿਗੁਰਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 1214 ਅੰਗ ਤੇ ਇਹ ਸ਼ਬਦ ਦਰਜ ਹੈ। ਪ੍ਰਭ ਸਿਮਰਤ ਦੁਖ ਬਿਨਾਸੀ। हे ਭਾਈ, ਪ੍ਰਭੂ ਪਰਮੇਸ਼ਰ ਵਾਹਿਗੁਰੂ ਨੂੰ ਸਿਮਰਨ ਨਾਲ ਸਾਰੇ ਹੀ ਦੁੱਖਾਂ ਦਾ ਨਾਸ਼ ਹੋ ਜਾਂਦਾ। ਜੋ ਵੀ ਕੋਈ
ਪਰਮੇਸ਼ਰ ਦਾ ਸਿਮਰਨ ਕਰਦਾ ਹੈ, ਉਸ ਦੇ ਸਾਰੇ ਹੀ ਪਾਪ, ਦੁੱਖ, ਕਲੇਸ਼ ਨਾਸ ਹੋ ਜਾਂਦੇ ਹਨ। ਜਿੱਥੇ ਸਤਿਗੁਰੂ ਸਾਨੂੰ ਬਚਨ ਕਰਦੇ ਹਨ, ਤਿਸ ਕੀ ਸਰਨੀ ਪਰ ਮਨ, ਜਿਸ ਜੀਵਨ ਅਵਰ ਨ ਕੋਈ। ਇਹ ਮਨ ਉਸ ਪਰਮਾਤਮਾ ਪਰਮੇਸ਼ਰ ਦੀ ਸ਼ਰਨ ਵਿੱਚ ਆਉਣਾ ਕਰ, ਜਿਸ ਨੂੰ ਸਿਮਰਨ ਕਰਕੇ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਹਨ। ਤਿਸ ਕੀ ਸਰਨੀ ਪਰ ਮਨ, ਜਿਸ ਜੀਵਨ ਅਵਰ ਨ ਕੋਈ। ਜਿਸ ਪਰਮਾਤਮਾ ਵਰਗਾ ਕੋਈ ਦੂਜਾ ਨਹੀਂ ਹੈ। ਜਿਸ ਸਿਮਰਤ ਸੁਖ ਹੋਏ ਧਨਾ, ਦੁਖ ਦਰਦ ਨ ਮੂਲੇ ਹੋਏ। ਇਸ ਪਰਮਾਤਮਾ ਨੂੰ ਸਿਮਰਨ ਕਰਕੇ ਇੰਨਾ ਸੁੱਖ ਪ੍ਰਾਪਤ ਹੋ ਜਾਂਦਾ ਹੈ ਕਿ ਕਦੇ ਵੀ ਜੀਵ ਦੁਖੀ ਨਹੀਂ ਹੁੰਦਾ। ਸਦਾ ਸਦਾ ਕਰ ਜਾਗਰੀ, ਪ੍ਰਭ ਸਾਹਿਬ ਸੱਚਾ ਸੋਏ। ਉਸ ਪਰਮਾਤਮਾ ਦੀ ਤੋਂ ਸਦਾ ਚਾਕਰੀ ਕਰਨਾ, ਉਸ ਦਾ ਦਾਸ ਬਣ ਕੇ ਉਸ ਦੀ ਹੀ ਨੌਕਰੀ ਕਰ, ਹੁਕਮ ਮੰਨਣਾ, ਵਾਹਿਗੁਰੂ ਦੀ ਆਗਿਆ ਵਿੱਚ ਰਹਿਣਾ। ਇਹੀ ਸਾਧ ਸੰਗਤ ਸੇਵਕ ਵਾਸਤੇ ਚਾਕਰੀ ਹੈ। ਜਿੱਥੇ ਸਤਿਗੁਰੂ ਕਹਿੰਦੇ ਗੁਰ ਕੈ ਸਿੱਖ ਰਹਿ, ਸੇਵਕ ਜੋ ਰਹਿ, ਗੁਰ ਕੀ ਆਗਿਆ ਮਾਨਨ ਹੈ ਸਹਿ। ਗੁਰੂ ਦੇ ਹੁਕਮ ਨੂੰ ਮੰਨਣਾ, ਜੋ ਹੁਕਮ ਮੰਨਦੇ ਨੇ ਵਾਹਿਗੁਰੂ ਦਾ ਸਿਮਰਨ ਕਰਦੇ, ਉਹਨਾਂ ਪਰਖਾਏ ਮਹਾਰਾਜ ਕਹਿੰਦੇ, ਜਿਸ ਨੇ ਵਾਹਿਗੁਰੂ ਦਾ ਸਿਮਰਨ ਕੀਤਾ ਹੈ, ਜਿਸ ਸਿਮਰਤ ਦੁੱਖ ਡੇਰਾ ਢਾਹੈ, ਜਿਸ ਸਿਮਰਤ ਜਮ ਕਿਛੁ ਨਾ ਕਹਿ। ਇਸ ਪਰਮਾਤਮਾ ਨੂੰ ਸਿਮਰਨ ਕਰਕੇ ਦੁੱਖਾਂ ਦੇ ਡੇਰੇ ਲੱਗੇ ਹੋਣ ਜੀਵਨ ਦੇ ਅੰਦਰ, ਉਹ ਖਤਮ ਹੋ ਜਾਂਦੇ ਹਨ। ਔਰ ਜਿਸ ਨੇ ਪਰਮਾਤਮਾ ਨੂੰ ਸਿਮਰਨਾ ਕੀਤਾ ਹੈ, ਉਸ ਨੂੰ ਜਮ ਕੁਝ ਨਹੀਂ ਕਹਿ ਸਕਦਾ। ਜਿਸ ਸਿਮਰਤ ਸੋਕੇ ਹੋਤ ਹਰੀ, ਜਿਸ ਸਿਮਰਤ ਪਾਹਨ ਨੀਰ ਕਰੀ। ਇਸ ਵਾਹਿਗੁਰੂ ਨੂੰ ਸਿਮਰਨ ਕਰਕੇ ਜਿਹੜੇ ਸੁੱਕੇ ਜੀਵ ਸਨ, ਜਿਵੇਂ ਕੋਈ ਦਰਖਤ ਸੁੱਕ ਜਾਵੇ, ਉਦੋਂ ਨਾ ਹੀ ਪੱਤੇ ਲੱਗਦੇ ਨੇ, ਨਾ ਹੀ ਫੁੱਲ ਲੱਗਦੇ ਨੇ, ਨਾ ਹੀ ਫਲ ਲੱਗਦੇ ਨੇ, ਨਾ ਹੀ ਉਹਦੀ ਛਾਂ ਹੁੰਦੀ ਹੈ। ਉਸਦੇ ਕੋਲ ਕੋਈ ਰਾਹੀ ਵੀ ਨਹੀਂ ਟਿਕਦਾ, ਕੋਈ ਪੰਛੀ ਆ ਕੇ ਬਸੇਰਾ ਨਹੀਂ ਕਰਦਾ। ਇਸ ਤਰ੍ਹਾਂ ਜਿਹੜੇ ਜੀਵਨ ਸੁੱਕੇ ਹੋਏ ਬੇਕਾਰਾਂ ਕਰਕੇ ਸਾਧ ਸੰਗਤ ਪਰਮਾਤਮਾ ਨੂੰ ਭੁਲਾਉਣ ਕਰਕੇ ਉਹ ਗੁਰਮੁਖ ਬਣ ਜਾਂਦੇ ਨੇ, ਜਿਹੜੇ ਵਾਹਿਗੁਰੂ ਨੂੰ ਸਿਮਰਦੇ ਹਨ, ਵਾਹਿਗੁਰੂ ਦੀ ਯਾਦ ਦੇ ਵਿੱਚ ਜੁੜਦੇ ਨੇ। ਔਰ ਫਿਰ ਉਹਨਾਂ ਨੂੰ ਜਿਹੜੀ ਪਰਮਾਤਮਾ ਵੱਲੋਂ ਗੁਣ ਪ੍ਰਾਪਤ ਹੋਣੇ ਨੇ, ਇਹ ਤਾਂ ਪੱਕੇ ਲੱਗ ਜਾਣੇ। ਜਿਹੜਾ ਧਰਮ ਪ੍ਰਾਪਤ ਹੋਣਾ ਹੈ, ਇਹ ਫੁੱਲ ਲੱਗਣਾ ਹੈ। ਜਿਹੜਾ ਗਿਆਨ ਪ੍ਰਾਪਤ ਹੋਣਾ ਹੈ, ਇਹ ਸਾਧ ਸੰਗਤ ਫਲ ਲੱਗਣਾ ਹੈ। ਇਸੇ ਤਰ੍ਹਾਂ ਹੀ ਜਿਹੜੀ ਸ਼ਾਂਤੀ ਪ੍ਰਾਪਤ ਹੋਣੀ ਹੈ, ਇਹ ਛਾਂ ਦੀ ਤਰ੍ਹਾਂ ਹੈ। ਤੇ ਜਿਹੜੀ ਸੰਗਤ ਕਰਨੀ ਹੈ ਗੁਰਮੁਖਾਂ ਦੀ, ਉਹ ਸਾਰਿਆਂ ਨਾਲ ਮਿਲਾਪ ਹੈ। ਜਿਸ ਪਰਮਾਤਮਾ ਨੂੰ ਸਿਮਰਨ ਕਰਕੇ ਜੀਵਨ ਹਰਿਆ ਹੋ ਜਾਂਦਾ ਹੈ ਗੁਣਾਂ ਦੇ ਸਹਿਤ, ਜਿਸ ਪਰਮਾਤਮਾ ਨੂੰ ਸਿਮਰਨ ਕਰਕੇ ਪੱਥਰਾਂ ਵਰਗੇ ਪਾਪੀ ਵੀ ਤਰ ਜਾਂਦੇ, ਐਸਾ ਉਹ ਪਰਮਾਤਮਾ ਹੈ। ਜੇ ਕੋ ਹੋਵੈ ਤੁਕਲਾ ਨੰਗ ਪਗ ਕੀ ਪੀਰ,
ਜੇ ਕੋਈ ਮਹਾਰਾਜ ਕਹਿੰਦੇ ਭਾਈ ਬਹੁਤਾ ਕਮਜ਼ੋਰ ਹੋਵੇ, ਭਾਵ ਕਿ ਜਿਸ ਦੇ ਕੋਲ ਕੋਈ ਪੈਸਾ ਵੀ ਨਾ ਹੋਵੇ, ਰੋਗੀ ਹੋ ਗਿਆ ਹੋਵੇ, ਅਮੜਾ ਪੱਲੇ ਨਾ ਪਵੈ, ਨਾ ਕੋ ਦੇਵੈ ਧੀਰ, ਜਾਕੋ ਚਿੰਤਾ ਬਹੁਤ ਬਹੁਤ ਤੇਹੀ ਵਿਆਪੈ ਰੋਗ, ਵਿਰਸਤ ਪਟਾਂਪ ਪਲੇਟਿਆ, ਕਦੇ ਹਰਖ ਕਦੇ ਸੋਗ। चिंता हुए बहुत परिवार की और शरीर को भी रोग लगे हो, घर के जंजालों में ही हर समय फसिया रहता होवे, कदे हर खुशी आ जाए, कदे कमी आ जाए, दमड़ा पल्ले ना पवे, ना को देवै धीर, कोई धन का एक पैसा भी ना मिले और ना ही कोई धीर दिंदा होवे, तां सतगुरु महाराज कहते जे उसनों भी परमात्मा चेते आ जाए, वो भी सुखी हो जाता है, आनंद के सहित हो जाता है। चित आवे उस पार ब्रह्म का निहित होवे राज, जे हृदय विच परमात्मा याद आउंदा है तां उस नूं भी अचल पदवी की प्राप्ति हो जाती है। जिवें कोई मनुख रजिया होवे, सुखी होवे, उसनूं किसी गल की चिंता नहीं, ऐसी अवस्था प्राप्त हो जाती है। वाहिगुरू नूं सिमरन करो। इसलिए महाराज कहते भाई परमात्मा का सिमरन करो, वाहिगुरू की याद में जुड़िया करो। परमात्मा को याद कीते मन भी सुखी होता है, शरीर भी सुखी हो जाता है। जैस सिमरत सब किल विख नासि, पितरी हुए उतारो, तो हर हर तुम सत ही जपो, जाका अंत न पारो। उस परमात्मा को सदा तो सिमर, जिसका कोई अंत पारा नहीं है, कोई अंत नहीं पा सकता, कोई उसका पार नहीं पा सकता। वो परमात्मा वाहिगुरू है। इस पर थाई सतगुरु बचन करते, प्रभ कै सिमरन गर्भ ना गलै, प्रभ कै सिमरन। परमात्मा के सिमरन करके माता के गर्भ में नहीं पैना पैंदा, परमात्मा के सिमरन करके जमा तो छुट जाइदा है, अज्ञानता मिट जाती है, विकार खत्म हो जाते हैं। वाहिगुरू के सिमरन करके सारे ही सुख प्राप्त करते हैं। प्रभ सिमरत दुख विनाशी, हे वाहिगुरू तेरा नाम सिमरन करके साडे सारे ही दुख नाश हो गए हैं। भयो कृपाल जिय सुख दाता, होई सगल खलासी। जदों सारे जीवां नूं सुख देण वाला दाता परमेश्वर वाहिगुरू जदों किरपा दे घर विच आ गया, जदों वाहिगुरू परमात्मा ने अपने जियां ते किरपा कर दी, होई बंद खलासी। तदों महाराज कहते जिहड़ी बंद खलासी हो गई, सब तरीकों के नाल होई सकल खलासी। जिवें साध संगत कोई जीव विकारा करके बनिया हो, कोई माया करके बनिया, किसी के अंदर भय है, नरकां दा जमां दा भय है, चूना दा भय है, सारे पासे मारे कहते उहदी खलासी हो गई, आजादी हो गई। भावे उहदे सारे ही बंधन खुल गए,
ਜਦੋਂ ਜੀਆਂ ਨੂੰ ਸੁੱਖ ਦੇਣ ਵਾਲਾ ਦਾਤਾ ਪਰਮਾਤਮਾ ਆਪ ਪ੍ਰਸੰਨ ਹੋ ਗਿਆ। ਕਿਰਪਾ ਦੇ ਘਰ ਵਿੱਚ ਆ ਕੇ ਵਾਹਿਗੁਰੂ ਨੇ ਆਪ ਰਹਿਮ ਕੀਤੀ, ਆਪ ਦਇਆ ਕਰਕੇ ਆਪਣੇ ਪਿਆਰਿਆਂ ਦੇ ਸਾਰੇ ਬੰਧਨ ਖੋਲ ਦੇਣਾ ਕੀਤੇ ਹਨ। ਰਹਾਉ ਅਵਰਣ ਕੋ ਸੂਝੇ ਪ੍ਰਭ ਬਿਨ ਕਹੋ ਕੋ ਕੈਸੇ ਪਹਿ ਜਾਸੀ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਹਨ, ਹੁਣ ਸਾਨੂੰ ਪਰਮੇਸ਼ਰ ਵਾਹਿਗੁਰੂ ਤੋਂ ਬਿਨਾਂ ਹੋਰ ਕੋਈ ਸੁਝਦਾ ਨਹੀਂ ਹੈ, ਹੋਰ ਕੋਈ ਦਿਸਦਾ ਨਹੀਂ ਹੈ। ਸਾਰੀ ਪਰਮਾਤਮਾ ਦੀ ਹੀ ਵਡਿਆਈ ਹੈ। ਤਾਂ ਭਾਈ ਦੱਸੋ ਉਹ ਕਿਸ ਪਹਿ ਜਾਸੀ। ਫਿਰ ਅਸੀਂ ਕਿਸ ਦੇ ਕੋਲ ਜਾਣਾ ਹੈ? ਦੂਜੇ ਕੋਲ। ਪਰਮਾਤਮਾ ਨੂੰ ਛੱਡ ਕੇ ਹੋਰ ਕਿਸ ਕੋਲ ਜਾਈਏ? ਕਿੱਥੇ ਜਾਈਏ? ਭਾਵ ਸਾਨੂੰ ਹੁਣ ਹੋਰ ਦੂਜੇ ਥਾਂ ਤੇ ਜਾਣ ਦੀ ਜ਼ਰੂਰਤ ਹੀ ਨਹੀਂ। ਪਰਮਾਤਮਾ ਵਾਹਿਗੁਰੂ ਤੋਂ ਬਿਨਾਂ ਕੋਈ ਵੀ ਹੋਰ ਦਿਸਦਾ ਨਹੀਂ ਹੈ। ਜੋ ਜਾਣੋ ਤਿਉ ਰੱਖੋ ਠਾਕੁਰ ਸਭ ਕਿਛ ਤੁਮਹੀ ਪਾਸੀ। ਹੁਣ ਤਾਂ ਅਸੀਂ ਇਸ ਤਰ੍ਹਾਂ ਬੇਨਤੀ ਕਰਦੇ ਹਾਂ ਕਿ ਠਾਕੁਰ ਮਾਲਕ ਪਰਮੇਸ਼ਰ ਵਾਹਿਗੁਰੂ ਜਿਵੇਂ ਤੂੰ ਚਾਹੇ, ਜਿਵੇਂ ਤੂੰ ਜਾਣੇ ਉਵੇਂ ਹੀ ਸਾਨੂੰ ਰੱਖ ਲੈ। ਜੋ ਜਨਮ ਜੋ ਰਾਖ ਹਰ ਪ੍ਰਭ ਤੇਰੇ, ਅਸੀਂ ਤਾਂ ਤੇਰੇ ਹੀ ਆ ਮਾਲਕ। ਜੋ ਭਾਵੈ ਜੋ ਰੱਖ ਲੈ ਹਮ ਸਰਨ ਪ੍ਰਭ ਆਏ ਰਾਮ ਰਾਜੇ। ਹਮ ਭੂਲ ਵਿਗਾੜੈ ਦਿਸ ਰਾਤ ਹਰ ਲਾਜ ਰਖਾਏ। ਹਮ ਬਾਰਕ ਤੂੰ वर पिता है जे मत समझाए। हे प्रभु ਅਸੀਂ ਬਾਲਕ ਬੱਚੇ ਦੀ ਨਿਆਈ ਤੂੰ ਸਾਡਾ ਪਿਤਾ ਹੈ। ਜਿਵੇਂ ਇੱਕ ਬੱਚਾ ਭਾਵੇਂ ਔਗਣ ਵੀ ਕਮਾਉਂਦਾ ਹੈ, ਗਲਤੀਆਂ ਵੀ ਕਰਦਾ ਹੈ, ਪਰ ਪਿਤਾ ਉਸ ਨੂੰ ਫਿਰ ਵੀ ਬਖਸ਼ ਲੈਂਦਾ ਹੈ, ਆਪਣੇ ਨਾਲ ਮਿਲਾ ਲੈਂਦਾ ਹੈ। ਕਰ ਉਪਦੇਸ਼ ਝੜਕੀ ਬਹੁ ਭਾਂਤੀ ਬਹੁਰ ਪਿਤਾ ਕਰਨਾ। ਜੈਸਾ ਬਾਲਕ ਭਾਈ ਸੁਭਾਈ ਲੱਖ ਅਪਰਾਧ ਕਮਾ। ਇਸ ਤਰ੍ਹਾਂ ਪਰਮਾਤਮਾ ਵੀ ਆਪਣੇ ਪਿਆਰਿਆਂ ਨੂੰ ਰੱਖਣ ਵਾਲਾ ਹੈ। ਇਹ ਪਰਮੇਸ਼ਰ ਵਾਹਿਗੁਰੂ ਅਸੀਂ ਤਾਂ ਭੁੱਲਾਂ ਕਰਦੇ ਹਾਂ, ਪਰ ਹੁਣ ਜਿਵੇਂ ਚਾਹੇ ਉਵੇਂ ਤੂੰ ਰੱਖ ਲੈ। ਸਭ ਕਿਛ ਤੁਮ ਹੀ ਪਾਸੀ। ਸਾਡਾ ਸਭ ਕੁਝ ਤੇਰੇ ਹੀ ਪਾਸ ਹੈ, ਤੇਰੇ ਹੀ ਕੋਲ ਹੈ। ਅਸੀਂ ਮਨ ਵੀ ਤੈਨੂੰ ਭੇਟਾ ਕੀਤਾ, ਸਰੀਰ ਵੀ, ਧਨ ਦੌਲਤ ਪਰਿਵਾਰ ਸਭ ਕੁਝ ਹੀ ਤੈਨੂੰ ਦੇ ਦਿੱਤਾ ਹੈ, ਤੇਰੇ ਪਾਸ ਹੀ ਰੱਖ ਦੇਣਾ ਕੀਤਾ ਹੈ। ਹਾਥ ਦੇ ਰਾਖੇ ਪ੍ਰਭ ਆਪਣੇ ਸਦਾ ਜੀਵਨ ਅਬਿਨਾਸੀ। ਇਸ ਤਰ੍ਹਾਂ ਹੁਣ ਆਪ ਵਾਹਿਗੁਰੂ ਪਰਮੇਸ਼ਰ ਨੇ ਆਪਣੀ ਬਖਸ਼ਿਸ਼ ਦਾ ਮਿਹਰ ਦਾ ਹੱਥ ਦੇ ਕਰਕੇ ਸਾਡੀ ਪ੍ਰਤਿਪਾਲਨਾ ਕੀਤੀ, ਰੱਖਿਆ ਕਰਨਾ ਕੀਤੀ। ਸਾਨੂੰ ਆਪਣੇ ਬਣਾ ਕਰਕੇ ਰੱਖ ਲੈਣਾ ਕੀਤਾ। ਉੱਥੇ ਫਿਰ ਮਾਰੇ ਬਚਨ ਕਰਕੇ ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਚਾਰੇ ਦਿਸ਼ਾ ਤੇ ਵਾਹਿਗੁਰੂ ਨੇ ਆਪਣਾ ਬਲ ਕੀਤਾ ਹੈ। ਪਰ ਜਿਹੜੇ ਭਗਤ ਨੇ, ਜਿਹੜੇ ਗੁਰਮੁਖ ਨੇ, ਉਹਨਾਂ ਦੇ ਸਿਰ ਤੇ ਆਪਣੀ ਮਿਹਰ ਦਾ ਹੱਥ ਰੱਖ ਦਿੰਦਾ, ਉਹਨਾਂ ਨੂੰ ਚੁਣ ਕੇ ਆਪਣੇ ਵੱਲ ਲਾ ਦਿੰਦਾ, ਉਹਨਾਂ ਨੂੰ ਆਪਣੇ ਨਾਲ ਮਿਲਣ ਵਾਲਾ, ਮਿਲਾਪ ਵਾਲਾ ਜੀਵਨ ਦੇ ਦਿੰਦਾ ਹੈ ਪਰਮੇਸ਼ਰ ਵਾਹਿਗੁਰੂ। ਇਸ ਤਰ੍ਹਾਂ ਆਪ ਹੀ ਕਿਰਪਾ ਕਰਦਾ ਹੈ। ਹਰ ਜਨ ਰਾਖੇ ਗੁਰ ਗੋਬਿੰਦ, ਕੰਠ ਲਾਏ ਅਵਗਨ ਸਭ ਮੇਟੇ, ਦਇਆਲ ਪੁਰਖ ਬਖਸ਼ੰਤ
ਇੰਨਾ ਦਇਆਲੂ ਹੈ। ਜਿਵੇਂ ਪਿਤਾ ਆਪਣੇ ਬੱਚੇ ਨੂੰ ਗਲ ਲਾ ਕੇ ਉਹਦੀ ਸਾਰੀ ਔਗਣ ਭੁਲਾ ਦਿੰਦਾ ਹੈ, ਇਸ ਤਰ੍ਹਾਂ ਵਾਹਿਗੁਰੂ ਆਪਣੇ ਨਾਲ ਅਭੇਦ ਕਰਕੇ, ਆਪਣੇ ਨਾਲ ਮਿਲਾ ਕਰਕੇ, ਆਪਣੇ ਭਗਤਾਂ ਦੀ, ਆਪਣੇ ਪਿਆਰਿਆਂ ਦੇ ਸਾਰੇ ਔਗਣ ਮੇਟ ਦਿੰਦਾ ਹੈ। ਸਦ ਜੀਵਨ ਅਬਿਨਾਸੀ, ਹੁਣ ਸਾਨੂੰ ਸਦਾ ਵਾਸਤੇ ਇਹ ਜੀਵਨ ਪ੍ਰਾਪਤ ਹੋ ਗਿਆ। ਵਾਹਿਗੁਰੂ ਨਾਲ ਮਿਲ ਕੇ ਜੀਵਨ ਬਤੀਤ ਕਰਦੇ ਆ। ਸਦ ਜੀਵਨ ਅਬਿਨਾਸੀ, ਅਬਿਨਾਸੀ ਕਹਿੰਦੇ ਨੇ ਜਿਹੜੀ ਨਾਸ ਨਾ ਹੋਵੇ ਉਹ ਪਦਵੀ, ਜਿਹੜਾ ਸੁਖ ਨਾਸ ਨਾ ਹੋਵੇ, ਜਿਹੜੀ ਸ਼ਾਂਤੀ, ਜਿਹੜਾ ਆਨੰਦ, ਜਿਹੜਾ ਟਿਕਾ, ਜਿਹੜਾ ਰਸ, ਇਹ ਕਦੇ ਨਾਸ ਨਾ ਹੋਵੇ। ਉਹ ਪਦਵੀ ਵਾਹਿਗੁਰੂ ਨੇ ਆਪਣੇ ਭਗਤਾਂ ਨੂੰ ਬਖਸ਼ੀ ਹੈ। ਆਪਣੇ ਵਿੱਚ ਹੀ ਇਸ ਸਿੱਧ ਕਰ ਲੈਣਾ। ਫਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਫਿਰਤ ਹੋ, ਆਪਣੇ ਵਿੱਚ ਮਿਲਾ ਕਰਕੇ ਭਗਤਾਂ ਨੂੰ ਰੱਖਣਾ ਕੀਤਾ ਹੈ। ਕਹੋ ਨਾਨਕ ਮਨ ਅਨੰਦ ਭਇਆ ਹੈ, ਕਾਟੀ ਚਮਕੀ ਫਾਸੀ। ਸਤਿਗੁਰੂ ਜੀ ਬਚਨ ਕਰਦੇ, हे ਭਾਈ, ਸਾਡੇ ਮਨ ਵਿੱਚ ਆਨੰਦ ਪ੍ਰਾਪਤ ਹੋਇਆ। ਸਾਨੂੰ ਸਦਾ ਰਹਿਣ ਵਾਲਾ ਉਹ ਆਨੰਦ ਮਿਲਿਆ ਜਿਹੜਾ ਗੁਰੂ ਕੋਲੋਂ ਮਿਲਿਆ। ਆਨੰਦ ਆਨੰਦ ਸਭ ਕੋ ਕਹੈ, ਆਨੰਦ ਗੁਰੂ ਤੇ ਜਾਣਿਆ। ਇੱਕ ਤਾਂ ਅਸੀਂ ਕਹਿੰਦੇ ਆ ਨਾ ਵੀ ਅੱਜ ਖਾ ਪੀ ਕੇ ਬੜਾ ਆਨੰਦ ਹੈ, ਅੱਜ ਅਸੀਂ ਫਲਾਨੀ ਥਾਂ ਤੇ ਘੁੰਮੇ ਬੜਾ ਆਨੰਦ ਹੈ, ਅਸੀਂ ਆਹ ਕੁਝ ਦੇਖਿਆ ਬੜਾ ਆਨੰਦ ਲਿਆ। ਪਰ ਇਹ ਤਾਂ ਝੂਠੇ ਆਨੰਦ ਨੇ। ਮਾਰੇ ਭਜਨ ਕਰਦੇ ਸਭ ਕੋਈ ਕਹਿੰਦਾ ਵੀ ਅਸੀਂ ਆਨੰਦ ਲਿਆ, ਆਨੰਦ ਹੈ। ਆਨੰਦ ਗੁਰੂ ਤੇ ਜਾਣਿਆ, ਪਰ ਅਸਲ ਆਨੰਦ ਤਾਂ ਗੁਰੂ ਤੋਂ ਹੀ ਸੋਝੀ ਪ੍ਰਾਪਤ ਹੁੰਦੀ ਹੈ। ਸਤਿਗੁਰਾਂ ਤੋਂ ਹੀ ਮਿਲਦਾ। ਜਾਣਿਆ ਆਨੰਦ ਸਦਾ ਗੁਰੂ ਦੀ ਕਿਰਪਾ ਕਰੀ ਪਿਆਰਿਆ। ਜਿਹਦੇ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ ਉਹਨੂੰ ਇਹ ਆਨੰਦ ਪ੍ਰਾਪਤ ਹੋਇਆ। ਕਰ ਕਿਰਪਾ ਕਿਲ ਰਹਿ ਕੱਟੇ ਗਿਆਨ ਅੰਜਨ ਸਾਰਿਆ। ਜਿਹਦੇ ਅੰਦਰੋਂ ਸਤਿਗੁਰਾਂ ਨੇ ਪਾਪ ਕਰ ਦਿੱਤੇ ਨੇ ਤੇ ਉਹਦੇ ਨੇਤਰਾਂ ਦੇ ਵਿੱਚ ਗਿਆਨ ਨੂੰ ਸੁਰਮਾ ਪਾ ਦਿੱਤਾ। ਫਿਰ ਸਾਧ ਸੰਗਤ ਜਿਹੜੇ ਗੁਰਮੁਖ ਨੇ ਨਾ, ਉਹ ਸਾਡੇ ਨਾਲ ਜੁੜ ਕੇ ਆਨੰਦ ਸਹਿਤ ਹੋ ਗਿਆ। ਉਹਨਾਂ ਦੇ ਅੰਦਰ ਵਾਹਿਗੁਰੂ ਦੇ ਨਾਮ ਦਾ ਆਨੰਦ ਹੁੰਦਾ ਹੈ। ਕਹ ਨਾਨਕ ਮਨ ਆਨੰਦ ਭਇਆ ਹੈ, ਕਾਟੀ ਚਮਕੀ ਫਾਸੀ। ਸਤਿਗੁਰੂ ਭਜਨ ਕਰਦੇ ਹੁਣ ਭਾਈ ਸਾਡੇ ਮਨ ਨੂੰ ਆਨੰਦ ਹੋਇਆ, ਆਨੰਦ ਪ੍ਰਾਪਤ ਹੋ ਗਿਆ ਹੈ। ਪਰਮੇਸ਼ਰ ਵਾਹਿਗੁਰੂ ਨੇ ਜਿਹੜੀ ਜਮਾਂ ਦੀ ਫਾਹੀ ਸੀ ਨਾ ਉਹ ਕੱਢ ਦਿੱਤੀ। ਜਿਹੜਾ ਜਮਾਂ ਦੇ ਵਸ ਪੈਣਾ ਸੀ, ਜਮਾਂ ਨੂੰ ਲੇਖਾ ਦੇਣਾ ਸੀ, ਜਮਾਂ ਦੇ ਨਾਲ ਜਾਣਾ ਸੀ ਨਰਕਾਂ ਵਿੱਚ, ਪਰਲੋਕ ਵਿੱਚ, ਉਹ ਸਾਰਾ ਕੁਝ ਹੀ ਕੱਟਿਆ ਗਿਆ। ਧਰਮ ਰਾਏ ਕਰ ਕਾਤਕ ਮਾਰੇ, ਜਨ ਨਾਨਕ ਲੇਖਾ। ਆਪਣੇ ਪਿਆਰਿਆਂ ਨੂੰ ਵਾਹਿਗੁਰੂ ਨੇ ਆਪਣੇ ਨਾਲ ਮੇਲ ਕਰਕੇ ਬਖਸ਼ ਲੈਣਾ ਕੀਤਾ ਹੈ। ਤਾਰਕ ਮਹੱਲਾ ਪੰਜਵਾ। ਮੇਰੋ ਮਨ ਜਦ ਕਦ ਤੁਝੇ ਸਮਾਰੈ। ਹੁਣ ਬੇਨਤੀ ਕਰਦੇ ਨੇ, हे ਪ੍ਰਭੂ ਪਰਮੇਸ਼ਰ ਵਾਹਿਗੁਰੂ, ਮੇਰਾ ਮਨ ਜਿੱਥੇ ਕਿੱਥੇ ਵੀ ਤੈਨੂੰ ਹੀ ਯਾਦ ਕਰਦਾ। ਭਾਵੇਂ ਘਰੇ ਬੈਠਾ ਹੋਵੇ, ਭਾਵੇਂ ਆਪਣੀ ਕਿਰਤ ਕਰਦਾ ਹੋਵੇ, ਭਾਵੇਂ ਪਰਿਵਾਰ ਵਿੱਚ, ਸੰਸਾਰ ਵਿੱਚ ਵਿਚਰਦੇ ਆ, ਹਰ ਥਾਂ ਤੇ ਤੈਨੂੰ ਵੀ ਯਾਦ ਕਰਦਾ ਹੈ, ਸੰਭਾਲ ਕੇ ਰੱਖਦਾ ਹੈ ਮਨ ਅੰਦਰ। ਹਮ ਬਾਰਿਕ ਦੀਨ ਪਿਤਾ ਪ੍ਰਭ, ਮੇਰੇ ਜੋ ਜਨ ਹੈ ਜੋ ਪਾਰੈ। ਹਮ ਬਾਰਿਕ ਦੀਨ ਪਿਤਾ ਪ੍ਰਭ ਜੀ। हे ਪਰਮੇਸ਼ਰ ਵਾਹਿਗੁਰੂ, ਅਸੀਂ ਬਾਲਕ ਬੱਚਿਆਂ ਦੀ ਨਿਆਈ ਹਾਂ, ਪਰ ਹਾਂ ਅਸੀਂ ਗਰੀਬ। ਉਹ ਸਾਡਾ ਸਮਰੱਥ ਪਿਤਾ ਹੈ, ਸਾਨੂੰ ਬਖਸ਼ ਲੈਣ ਵਾਲਾ,
ਸਾਡੀ ਰੱਖਿਆ ਕਰਨ ਵਾਲਾ, ਸਾਡੀ ਪਾਲਣਾ ਕਰਨ ਵਾਲਾ। ਅਸੀਂ ਦੀਨ ਗਰੀਬਾਂ ਦੀ ਤਰ੍ਹਾਂ ਹਾਂ, ਬਾਲਕਾਂ ਦੀ ਤਰ੍ਹਾਂ ਅਣਜਾਣ ਹਾਂ ਮਹਾਰਾਜ। ਜੋ ਜਾਣੋ ਕਿਉ ਪਾਰੈ, ਜਿਵੇਂ ਤੂੰ ਜਾਣੇ, ਜਿਵੇਂ ਤੂੰ ਸਾਨੂੰ ਰੱਖਣਾ ਚਾਹੇ, ਜਿਵੇਂ ਸਾਡੀ ਪ੍ਰਤਿਪਾਲਨਾ ਕਰਨਾ ਚਾਹੇ, ਉਵੇਂ ਸਾਨੂੰ ਪਾਲ ਲੈ, ਉਵੇਂ ਸਾਨੂੰ ਉਹੋ ਜਿਹੇ ਬਣਾ ਕੇ ਰੱਖ ਲੈ। ਭਾਵ ਜਿਹੋ ਜਿਹੇ ਤੂੰ ਸਾਨੂੰ ਜੀਵਨ ਦਿੱਤਾ ਹੈ, ਉਹ ਤੇਰਾ ਹੀ ਦਿੱਤਾ ਹੋਇਆ ਹੈ, ਅਸੀਂ ਤੇਰਾ ਦਿੱਤਾ ਸਮਝਿਆ। ਜਿੱਥੇ ਵੀ ਹੁਣ ਤੂੰ ਸਾਨੂੰ ਰੱਖਣਾ ਚਾਹੁੰਦਾ ਹੈ, ਭਾਵੇਂ ਸਾਨੂੰ ਸੰਸਾਰ ਦੇ ਸੁੱਖਾਂ ਵਿੱਚ ਰੱਖ ਲੈ, ਭਾਵੇਂ ਸਾਨੂੰ ਸੰਸਾਰ ਦੇ ਅੰਦਰ ਦੁੱਖਾਂ ਦੇ ਵਿੱਚ ਰੱਖ ਲੈ, ਜਿੱਥੇ ਵੀ ਰੱਖਣਾ। ਕਿਉਂਕਿ ਜਿਹੜੇ ਸਾਧ ਸੰਗਤ ਗੁਰਮੁਖ ਹੁੰਦੇ ਨੇ, ਉਹ ਸੱਚ ਨਾਲ ਜੁੜੇ ਹੁੰਦੇ ਨੇ। ਸੱਚ ਨਾਲ ਜੁੜ ਕੇ, ਗੁਰਬਾਣੀ ਨਾਲ ਜੁੜ ਕੇ ਮਨ ਚਾਨਣ ਵਿੱਚ ਆ ਜਾਂਦਾ ਹੈ। ਫਿਰ ਅਗਿਆਨਤਾ ਨਹੀਂ ਰਹਿੰਦੀ। ਜਿਹਦੇ ਅੰਦਰੋਂ ਅਗਿਆਨ ਖਤਮ ਹੋ ਜੇ ਨਾ, ਉਹਦਾ ਮਨ ਚਾਨਣ ਵਿੱਚ ਆਉਂਦਾ ਹੈ। ਚਾਨਣ ਹੈ ਬਾਣੀ ਦਾ, ਗੁਰਬਾਣੀ ਇਸ ਜਗ ਨਹੀਂ ਚਾਨਣ। ਤੇ ਗੁਰਬਾਣੀ ਸਾਨੂੰ ਕੀ ਸੋਝੀ ਦਿੰਦੀ ਹੈ ਕਿ ਇਹ ਜੀਵ, ਜੋ ਤੂੰ ਪਿੱਛੇ ਕਰਮ ਕਰਕੇ ਆਇਆ ਸੀ, ਉਹਨਾਂ ਦਾ ਫਲ ਭੋਗ ਰਿਹਾ। ਜੋ ਤੂੰ ਹੁਣ ਕਰਮ ਕਰੇਗਾ, ਉਹਨਾਂ ਦਾ ਫਲ ਅੱਗੇ ਭੋਗੇਗਾ, ਉਹ ਤੈਨੂੰ ਪ੍ਰਾਪਤ ਹੋਵੇਗਾ ਭਾਈ। ਤਾਂ ਫਿਰ ਆਪਣੇ ਜੀਵਨ ਦੇ ਅੰਦਰ ਜਿਹੜੇ ਦੁੱਖ ਸੁੱਖ ਆਉਂਦੇ ਨੇ, ਉਹ ਗੁਰਮੁਖ ਘਬਰਾਉਂਦੇ ਨਹੀਂ ਹੈ। ਦੁੱਖਾਂ ਵੇਲੇ ਵਾਹਿਗੁਰੂ ਅੱਗੇ ਅਰਦਾਸ ਕਰਨਾ, ਵਾਹਿਗੁਰੂ ਦਾ ਨਾਮ ਜਪਣਾ। ਜਿਹੜੇ ਦੁੱਖ ਵੀ ਹਨ, ਉਹ ਪਰਮਾਤਮਾ ਨਾਲ ਜੁੜ ਕੇ ਸਾਧ ਸੰਗਤ ਉਹ ਝੱਲ ਲੈਂਦੇ ਨੇ। ਉਹਨਾਂ ਨੂੰ ਦੁੱਖਾਂ ਦੇ ਵਿੱਚ ਵੀ ਸੁੱਖ ਪ੍ਰਾਪਤ ਹੋਇਆ ਜਿਹੜੇ ਗੁਰਮੁਖ ਨਾਮ ਜਪਦੇ। ਇਸ ਲਈ ਮਾਰੇ ਬਚਨ ਕੀਤੇ, ਦੁੱਖ ਦਾਰੂ ਸੁੱਖ ਰੋਗ ਭਇਆ। ਜਿਹੜੇ ਗੁਰਮੁਖ ਨੇ, ਉਹਨਾਂ ਨੂੰ ਦੁੱਖ ਵਿੱਚੋਂ ਵੀ ਬਹੁਤਾ ਜੀਵਨ ਪ੍ਰਾਪਤ ਹੁੰਦਾ ਹੈ। ਉਹ ਸੁਚੇਤ ਹੋ ਜਾਂਦੇ ਨੇ ਅੱਗੇ ਵਾਸਤੇ। ਇਸ ਤਰ੍ਹਾਂ ਦੁੱਖਾਂ ਦੇ ਵਿੱਚੋਂ ਵੀ ਉਹਨਾਂ ਨੂੰ ਬਹੁਤ ਗਿਆਨ ਪ੍ਰਾਪਤ ਹੁੰਦਾ। ਜੇ ਸੁੱਖ ਮਿਲਿਆ ਤਦੋਂ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ। ਹੁਣ ਇੱਥੇ ਸਤਿਗੁਰੂ ਮਹਾਰਾਜ ਇਹ ਅਵਸਥਾ ਕਥਨ ਕਰਦੇ ਨੇ, ਜੇ ਦੁੱਖ ਜਿਹੇ ਤਾਂ ਤੁਝੇ ਅਰਾਧੀ, ਸੁਖ ਕੀ ਤੁਝੇ ਧਿਆਈ। ਜੇ ਭੁੱਖ ਜਿਹੇ ਤਾਂ ਇਤਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਇਹ ਪ੍ਰਭੂ, ਜੇ ਤੂੰ ਸਾਨੂੰ ਸੁੱਖ ਦੇਵੇਂ ਤਾਂ ਵੀ ਤੇਰੀ ਆਰਾਧਨਾ ਕਰਾਂਗੇ, ਦੁੱਖ ਵਿੱਚ ਵੀ ਤੈਨੂੰ ਧਿਆਵਾਂਗੇ। ਜੇ ਸਾਨੂੰ ਭੁੱਖ ਦੇ ਦੇਵੇਂ ਤਾਂ ਵੀ ਤੇਰੀ ਆਰਾਧਨਾ ਕਰਾਂਗੇ, ਦੁੱਖ ਵਿੱਚ ਸੁੱਖ ਬਣਾਂਗੇ। ਦੁੱਖ ਵਿੱਚ ਵੀ ਅਸੀਂ ਸੁੱਖ ਕਰਕੇ ਜਾਣਾਂਗੇ। ਇਹ ਗੁਰਮੁਖਾਂ ਦਾ ਜੀਵਨ ਹੈ। ਹਮ ਬਾਰਕ ਦੀਨ ਪ੍ਰਭ ਪਿਤਾ ਪ੍ਰਭ ਜੀ। हे ਪਰਮੇਸ਼ਰ, ਅਸੀਂ ਬਾਲਕਾਂ ਦੀ ਨਿਆਈ, ਦੀਨ ਗਰੀਬ ਹਾਂ। ਭਾਵ ਅਸੀਂ ਬਾੜੇ ਗੁਣਾਂ ਵਾਲੇ ਨੇ। ਤੂੰ ਸਾਡਾ ਪਿਤਾ ਹੈ, ਸਮਰੱਥ ਹੈ, ਜੋ ਜਾਣੈ ਤਿਉ ਪਾਰੈ। ਜਿਵੇਂ ਤੂੰ ਚਾਹੁੰਦਾ ਹੈ ਉਵੇਂ ਸਾਨੂੰ ਸੰਸਾਰ ਅੰਦਰ ਜੀਵਨ ਦੇ ਕੇ ਸਾਡੀ ਪ੍ਰਤਿਪਾਲਨਾ ਕਰ ਲੈਣਾ ਕਰੋ। ਰਹਾਉ ਜਬ ਭੁੱਖੋ ਤਾ ਭੋਜਨ ਮੰਗੈ, ਅਕਾਏ ਸੁਖ ਸੰਘਾਰੈ। ਵਿਸ਼ਰਾਮ ਦੇ ਕੇ ਸਤਿਗੁਰੂ ਫਰਮਾਉਂਦੇ ਨੇ, ਹੇ ਵਾਹਿਗੁਰੂ, ਜਦੋਂ ਇੱਕ ਬੱਚਾ ਭੁੱਖਾ ਹੁੰਦਾ ਹੈ ਤਦੋਂ ਹੀ ਉਹ ਭੋਜਨ ਮੰਗਦਾ ਹੈ। ਉਹ ਉੱਚੀ ਉੱਚੀ ਰੌਲਾ ਪਾਉਂਦਾ, ਮੈਨੂੰ ਭੋਜਨ ਚਾਹੀਦਾ। ਇਸੇ ਤਰ੍ਹਾਂ ਹੀ ਸਾਨੂੰ ਵੀ ਤੇਰੇ ਨਾਮ ਦੀ ਭੁੱਖ ਹੈ, ਤੇਰੇ ਦਰਸ਼ਨਾਂ ਦੀ ਭੁੱਖ ਹੈ। ਮਹਾਰਾਜ ਸਾਨੂੰ ਦਰਸ਼ਨ ਬਖਸ਼ੋ। ਦਰਸ਼ਨ ਪਿਆਸੀ ਦਿਲ ਸਰਾਤ, ਚਿਤਵਾ ਅਨੰਦ ਨੀਤ। ਖੋਲ ਕਪਟ ਪਰ ਦੇਵੀਆ, ਨਾਨਕ ਹਰ ਸੰਗ। ਸਾਨੂੰ ਨਾਮ ਬਾਣੀ ਦਾ ਰਸ ਬਖਸ਼ੋ, ਸੇਵਾ ਸਿਮਰਨ ਬਖਸ਼ੋ। ਸਾਨੂੰ ਇਹ ਭੁੱਖ ਲੱਗੀ ਹੈ,
ਤੇ ਅਸੀਂ ਤੇਰੇ ਕੋਲੋਂ ਇਹ ਦਾਤ ਮੰਗਦੇ ਆ, ਜਾਂਚਕ ਜਨ ਜਾਚੈ ਪ੍ਰਭ ਦਾਨ, ਕਰ ਕਿਰਪਾ ਜੀਵੋ ਹਰਿ ਨਾਮ। ਸਾਧ ਜਨਾ ਕੀ ਮਾਂਗੋ ਧੂਰ, ਪਾਰ ਬ੍ਰਹਮ ਮੇਰੀ ਸਰਦਾ ਪੂਰ। ਸਦਾ ਸਦਾ ਪ੍ਰਭ ਕੇ ਗੁਣ ਗਾਵੋ, ਸਾਸ ਸਾਸ ਪ੍ਰਭ ਤੁਮ ਮਿ ਧਿਆਵੋ। हे ਵਾਹਿਗੁਰੂ, ਸਦਾ ਹੀ ਤੇਰੇ ਗੁਣ ਗਾਉਂਦਾ ਰਹਾਂ, ਸਵਾਸ ਸਵਾਸ ਕਰਕੇ ਤੈਨੂੰ ਚੇਤੇ ਕਰਦੇ ਰਹਾਂ, ਪੁਕਾਰਦਾ ਰਹਾਂ ਅੰਦਰੋਂ। ਹਰ ਸਮੇਂ ਮੇਰਾ ਮਨ ਤੇਰੇ ਵਿੱਚ ਹੀ ਜੀਵਨ ਸਮਝੇ। ਇਸ ਤਰ੍ਹਾਂ ਜਿਵੇਂ ਇੱਕ ਬਾਲਕ ਨੂੰ ਭੁੱਖ ਲੱਗਦੀ ਹੈ ਨਾ, ਤੇ ਉਹ ਭੋਜਨ ਮੰਗਦਾ ਹੈ, ਤੇ ਇਸ ਤਰ੍ਹਾਂ ਹੀ ਮਹਾਰਾਜ ਸਾਨੂੰ ਤੇਰੇ ਦਰਸ਼ਨਾਂ ਦੀ ਭੁੱਖ ਹੈ। ਅਸੀਂ ਵੀ ਤੇਰੇ ਦਰਸ਼ਨ, ਤੇਰਾ ਸੇਵਾ ਸਿਮਰਨ, ਤੇਰੇ ਕੋਲੋਂ ਇਹ ਦਾਤ ਮੰਗਦੇ ਹਾਂ। ਸਾਡੇ ਤੇ ਕਿਰਪਾ ਰਹਿਮਤ ਕਰ, ਆਘਾਏ ਸੂਖ ਸਧਾਰੇ। ਤੇ ਜਦੋਂ ਉਹ ਭੁੱਖਾ ਮਨੁੱਖ ਰੱਜ ਜਾਵੇ, ਫਿਰ ਉਹਨੂੰ ਸੁੱਖ ਮਿਲ ਜਾਂਦਾ। ਇਸ ਤਰ੍ਹਾਂ ਜਦੋਂ ਤੂੰ ਸਾਨੂੰ ਆਪਣੇ ਦਰਸ਼ਨ ਬਖਸ਼ ਦੇਵੇ, ਨਾਮ ਸੇਵਾ ਸਿਮਰਨ ਦੇ ਲਵੇ, ਤੇ ਅਸੀਂ ਸੇਵਾ ਸਿਮਰਨ ਕਰਦੇ ਹਾਂ, ਰੱਜ ਜੀਏ, ਤਦੋਂ ਸਾਰੇ ਸੁੱਖ ਸੰਘਾਰਾ ਨਾਮ ਹੈ ਸਮੂਹ ਦਾ, ਸਾਰੇ ਸੁੱਖ ਪ੍ਰਾਪਤ ਹੁੰਦਾ। ਤੇਰੇ ਨਾਮ ਵਿੱਚੋਂ ਹੀ ਸਾਰੇ ਸੁੱਖ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾ ਸਭ ਗਵਾਏ। ਕਰ ਸਾਧ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਜਾਈ। ਸਾਰੀਆਂ ਇੱਛਾ ਪੂਰੀਆਂ ਹੋ ਜਾਂਦੀਆਂ ਨੇ ਇਹਨਾਂ ਨੂੰ ਨਾਮ ਦੀ ਦਾਤ ਪ੍ਰਾਪਤ ਹੋਈ। ਉਹਨਾਂ ਨੂੰ ਕੋਈ ਭੁੱਖ ਰਹਿੰਦੀ ਨਹੀਂ ਸਾਧ ਸੰਗਤ, ਨਾ ਹੀ ਕਿਸੇ ਵਿਸ਼ੇ ਵਿਕਾਰ ਦੀ ਭੁੱਖ ਰਹਿੰਦੀ, ਨਾ ਹੀ ਮਾਇਆ ਮੋਹ ਦੀ ਭੁੱਖ ਰਹਿੰਦੀ, ਕਿਸੇ ਸੁੱਖ ਦੀ। ਇਹ ਸਾਰੇ ਸੁੱਖ ਤੁੱਛ ਹੋ ਜਾਂਦੇ ਜਿਹਦੇ ਕੋਲ ਨਾਮ ਦੀ ਦਾਤ ਹੈ ਨਾ। ਜਿਵੇਂ ਪਹਿਲਾਂ ਵੀ ਉਦਾਹਰਣ ਦਿੰਦੇ ਆ ਕਿ ਸੂਰਜ ਚੜ੍ਹਿਆ ਹੋਵੇ, ਹੁਣ ਸੂਰਜ ਦੇ ਚਾਨਣ ਦੇ ਅੱਗੇ ਭਾਵੇਂ ਕਿੰਨੀਆਂ ਲਾਈਟਾਂ ਦੀਵੇ ਬਾਲ ਦਿਓ, ਉਹ ਬਲਦੇ ਹੋਣਗੇ, ਲਾਈਟਾਂ ਚਾਨਣ ਕਰਦੀਆਂ ਹੋਣਗੀਆਂ, ਪਰ ਸੂਰਜ ਦੇ ਸਾਹਮਣੇ ਸਾਰੇ ਖਤਮ ਹੋ ਜਾਣਗੇ। ਇਹਨਾਂ ਦਾ ਚਾਨਣ ਤਾਂ ਰਾਤ ਨੂੰ ਹੀ ਹੈ, ਜਦੋਂ ਹਨੇਰਾ ਹੁੰਦਾ। ਇਹ ਦੁਨੀਆ ਦੇ ਸੁੱਖ ਤਾਂ ਉਹਨਾਂ ਸਮਾਂ ਹੀ ਚੰਗੇ ਲੱਗਦੇ ਨੇ ਜਿੰਨਾ ਸਮਾਂ ਮਨ ਦੇ ਅੰਦਰ ਹਨੇਰਾ ਹੈ, ਅਗਿਆਨਤਾ ਹੈ, ਬੇਸਮਝੀ ਹੈ। ਜਦੋਂ ਹਿਰਦੇ ਵਿੱਚ ਗੁਰੂ ਦੇ ਸ਼ਬਦ ਦਾ ਗਿਆਨ ਹੋ ਜੇ, ਗਿਆਨ ਅੰਜਨ ਗੁਰ ਦੀਆ, ਅਗਿਆਨ ਜਿਹੜਾ ਅੰਦਰ ਹਨੇਰਾ ਸੀ ਉਹ ਜਦੋਂ ਮਿਟ ਜਾਂਦਾ ਹੈ, ਤਦੋਂ ਸਤਿਗੁਰੂ ਮਹਾਰਾਜ ਕਹਿੰਦੇ ਕਿ ਦੁਨੀਆ ਦੇ ਸੁੱਖ ਸਾਰੇ ਛੋਟੇ ਪੈ ਗਏ। ਭਾਵੇਂ ਭਗਤਾਂ ਦੇ ਕੋਲ, ਗੁਰਮੁਖਾਂ ਦੇ ਕੋਲ ਸਾਰੇ ਸੁੱਖ ਹੋਣਗੇ, ਮਾਇਆ ਦੇ ਢੇਰ ਲੱਗੇ ਪਏ, ਚੰਗੇ ਚੰਗੇ ਸੁੱਖ ਸਾਰੇ ਕੋਲੇ ਹੋਣ, ਪਰ ਉਹਨਾਂ ਨੂੰ ਨਾਮ ਵਿੱਚੋਂ ਹੀ ਸੁੱਖ ਆਉਂਦਾ ਹੈ, ਰਸ ਆਉਂਦਾ ਹੈ। ਇਸ ਲਈ ਬਚਨ ਕਰਦੇ ਆਧਾਰੇ ਸੂਖ ਸਦਾ। ਇਹ ਵਾਹਿਗੁਰੂ, ਜਦੋਂ ਨਾਮ ਸਿਮਰਨ ਕਰਕੇ ਤ੍ਰਿਪਤ ਹੋ ਜਾਈਦਾ, ਫਿਰ ਸੁਖੀ ਹੋ ਜਾਈਦਾ। ਫਿਰ ਜਿਹੜਾ ਜਮਾਂ ਦਾ ਦੁੱਖ ਸੀ, ਨਰਕਾਂ ਦਾ ਦੁੱਖ ਸੀ, ਉਹ ਸਾਰੇ ਸੰਘਾਰਾ ਨਾਸ਼ ਹੋ ਜਾਂਦਾ ਹੈ। ਤਬ ਅਰੋਗ ਜਮ ਤਬ ਸੰਗ ਵਰਤੋ, ਛਟਕਤ ਹੋਏ ਰਵਾਰੈ। ਹੇ ਵਾਹਿਗੁਰੂ, ਅਸੀਂ ਤਾਂ ਇਹ ਜਾਣਿਆ ਤਬ ਅਰੋਗ ਜਬ ਤੁਮ ਸੰਗ ਵਸਤੋ, ਜਦੋਂ ਤਾਂ ਤੇਰੇ ਨਾਲ ਵਸਦੇ ਆ ਉਦੋਂ ਅਸੀਂ ਅਰੋਗ ਆ, ਭਾਵ ਸਾਨੂੰ ਕੋਈ ਰੋਗ ਨਹੀਂ। ਜਦੋਂ ਤਾਂ ਅਸੀਂ ਨਾਮ ਜਪੀਏ, ਸੇਵਾ ਕਰਦੇ ਰਹੀਏ, ਅੰਮ੍ਰਿਤ ਵੇਲੇ ਉੱਠਦੇ ਰਹੀਏ, ਗੁਰੂ ਦਾ ਹੁਕਮ ਮੰਨਦੇ ਹਾਂ, ਤਦੋਂ ਤਾਂ ਅਰੋਗ ਹਾਂ, ਛੁਟਕਤ ਹੋਏ ਰਵਾਏ। ਜੇ ਤੇਰੀ ਇਹ ਦਾਤ ਛੁੱਟ ਜਾਵੇ, ਤੇਰੇ ਤੋਂ ਦੂਰ ਹੋ ਜਾਈਏ, ਤੈਨੂੰ ਭੁਲਾ ਦੇਈਏ, ਤਾਂ ਫਿਰ ਧੂੜ ਦੇ ਕਣਕਿਆਂ ਦੀ ਤਰ੍ਹਾਂ ਖਿੰਡ ਜਾਈਏ। ਤੇਰੀ ਯਾਦ ਵਿੱਚ ਸੁੱਖ ਹੈ, ਅਰੋਗ ਅਵਸਥਾ ਹੈ, ਪਰ ਜਿਹਨੇ ਤੈਨੂੰ ਭੁਲਾ ਦਿੱਤਾ ਉਹ ਰੋਗੀ ਹੋ ਜਾਏ। ਜਿੱਥੇ ਸਤਿਗੁਰੂ ਬਚਨ ਕੀਤੇ, ਬੇਮੁਖ ਹੋਏ ਰਾਮ ਜੀ, ਲਗਨ ਜਨ ਵਿਜੋਗ, ਖੰਡ ਹੈ ਕੌੜੇ ਹੋਏ ਗਏ ਵਿਛੜੇ ਮਾਇਆ। ਉਹ ਸਾਰੇ ਦੁਨੀਆ ਦੇ ਸੁੱਖ ਕੌੜੇ ਹੋ ਗਏ, ਛੁਟਕਤ ਹੋਏ ਰਵਾਰੇ। ਜਿਹਨੇ ਤੈਨੂੰ ਛੱਡ ਦਿੱਤਾ ਹੈ, ਤੈਨੂੰ ਭੁਲਾ ਦਿੱਤਾ ਹੈ,
ਉਹ ਧੂੜ ਦੇ ਕਿਣਕਿਆਂ ਦੀ ਤਰ੍ਹਾਂ, ਜਿਵੇਂ ਧੂੜ ਦੇ ਕਿਣਕੇ ਖਿਲਰੇ ਹੁੰਦੇ ਨੇ ਨਾ, ਟੇਢੀਆਂ ਜੂਨਾਂ 'ਚ ਖਿਲਰ ਜਾਂਦੇ ਆ। ਕਿਤੇ ਕਿਹੜੀ ਜੂਨ ਪ੍ਰਾਪਤ ਹੁੰਦੀ ਹੈ, ਕਿਤੇ ਕਿਹੜੀ। ਇਹੀ ਹੈ ਨਾ, ਜਿਨ੍ਹਾਂ ਨੇ ਵਾਹਿਗੁਰੂ ਨੂੰ ਭੁਲਾਇਆ ਹੋਇਆ ਉਹਨਾਂ ਨੂੰ ਦੁੱਖ ਹੈ। ਇਸ ਲਈ ਸਤਿਗੁਰੂ ਮਹਾਰਾਜ ਬਚਨ ਕਰਦੇ ਨੇ, ਮਨ ਅੰਧੇ ਕੋ ਮਿਲੈ ਸਜਾ। ਜਿਹੜਾ ਮਨ ਹੈ ਨਾ, ਇਹ ਸਾਧ ਸੰਗਤ ਅੰਧਾ ਹੋ ਰਿਹਾ ਹੈ, ਇਸ ਲਈ ਇਸ ਨੂੰ ਸਜ਼ਾ ਮਿਲਦੀ ਹੈ ਕਿ ਸਾਰੇ ਦੁੱਖ ਇਹਦੀ ਝੋਲੀ ਵਿੱਚ ਆ ਗਿਆ। ਸਾਰੇ ਦੁੱਖ ਇਹਨੂੰ ਝੱਲਣੇ ਪੈਂਦੇ ਨੇ। ਉਹਦਾ ਕਾਰਨ ਇਹ ਹੈ ਕਿ ਇਸਨੇ ਵਾਹਿਗੁਰੂ ਨੂੰ ਭੁਲਾਇਆ। ਜਿਹੜੇ ਵਾਹਿਗੁਰੂ ਨੂੰ ਯਾਦ ਕਰਦੇ ਨੇ, ਵਾਹਿਗੁਰੂ ਨਾਲ ਜੁੜੇ ਹੋਏ ਨੇ, ਉਹ ਮਨ ਕਰਕੇ, ਸਰੀਰ ਕਰਕੇ ਅਰੋਗ ਹੋ ਜਾਂਦੇ ਹਨ। ਕਵਣ ਬਸੇਰੋ ਦਾਸ ਦਾਸਨ ਕੋ, ਥਾਪਿਓ ਥਾਪਨ ਹਾਰੈ। ਹੇ ਵਾਹਿਗੁਰੂ, ਮੈਂ ਤਾਂ ਆਪ ਜੀ ਦੇ ਦਾਸਾਂ ਦਾ ਦਾਸ ਹਾਂ, ਤੇ ਮੇਰਾ ਤੇਰੇ ਤੋਂ ਬਿਨਾਂ ਹੋਰ ਕਿੱਥੇ ਵਾਸਾ ਵੀ ਨਹੀਂ ਹੋ ਸਕਦਾ। ਮੇਰਾ ਤਾਂ ਵਾਸਾ ਜਾਂ ਤੇਰੀ ਸਤ ਸੰਗਤ ਵਿੱਚ ਹੈ, ਤੇਰੇ ਨਾਮ ਸਿਮਰਨ ਵਿੱਚ ਹੈ। ਤੇਰੇ ਤੋਂ ਬਿਨਾਂ ਮੇਰੇ ਮਨ ਦਾ ਕੋਈ ਆਸਰਾ ਨਹੀਂ, ਕੋਈ ਵਾਸਾ ਨਹੀਂ। ਥਾਪਿਓ ਥਾਪਣ ਹਾਰ, ਤੂੰ ਆਪ ਹੀ ਆਪਣੇ ਦਾਸਾਂ ਨੂੰ ਨਾਮ ਸਿਮਰਨ ਦੇ ਕਰਕੇ ਅਸਥਾਪਿਤ ਕਰਦਾ, ਟਿਕਾ ਦੇਣਾ ਹੈ ਸੇਵਾ ਸਿਮਰਨ। ਤੂੰ ਸਾਰੇ ਸੰਸਾਰ ਨੂੰ ਜਿਹੜਾ ਥਾਪਿਆ ਹੋਇਆ ਹੈ ਨਾ, ਪੈਦਾ ਕੀਤਾ ਹੋਇਆ, ਇਹਦੀ ਪ੍ਰਤਿਪਾਲਨਾ ਕਰ ਰਿਹਾ ਹੈ, ਇਹਨੂੰ ਉਹ ਥਾਪਣ ਨਾਸ ਕਰਨ ਵਾਲਾ ਵੀ ਤੂੰ ਆਪ ਹੀ ਹੈ। ਜਿਹੜੇ ਭਗਤ ਨੇ, ਗਿਆਨੀ ਨੇ, ਸੰਤ ਨੇ, ਮਹਾਂਪੁਰਖ, ਉਹਨਾਂ ਦੇ ਅੰਦਰ ਜਿਹੜਾ ਅਗਿਆਨ ਸੀ, ਜਿਹੜਾ ਅਗਿਆਨ ਅਸਥਿਤ ਹੋ ਰਿਹਾ ਸੀ, ਉਸ ਨੂੰ ਮਿਟਾ ਕਰਕੇ, ਨਾਸ ਕਰਕੇ ਉੱਥੇ ਬ੍ਰਹਮ ਗਿਆਨ ਦੀ ਦਾਤ, ਸਾਰੇ ਗੁਣ ਸਥਾਪਿਤ ਕਰਨ ਵਾਲਾ ਤੂੰ ਆਪ ਹੀ ਹੈ। ਨਾਮ ਨਾ ਬਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਇਹ ਸਾਰੈ। ਸਤਿਗੁਰੂ ਜੀ ਸ਼ਬਦ ਦੀ ਸਮਾਪਤੀ ਕਰਦੇ ਨੇ, हे ਵਾਹਿਗੁਰੂ ਪਰਮੇਸ਼ਰ, ਸਾਨੂੰ ਤੇਰਾ ਨਾਮ ਨਾ ਭੁੱਲੀ, ਤਦੋਂ ਹੀ ਸਾਡਾ ਜੀਵਨ ਹੈ। ਜੇ ਤੇਰਾ ਨਾਮ ਜਪਦੇ ਆ, ਤੇਰੀ ਯਾਦ ਵਿੱਚ ਜੁੜੇ ਆ, ਤਦੋਂ ਹੀ ਸਾਨੂੰ ਜੀਵਨ ਪ੍ਰਾਪਤ ਹੁੰਦਾ ਹੈ। ਆਖਾ ਜੀਵਾ ਵਿਸਰੈ ਮਰ ਜਾਵਾ। ਜੇ ਅਸੀਂ ਤੇਰਾ ਨਾਮ ਆਖਦੇ ਹਾਂ ਨਾ, ਤਦੋਂ ਹੀ ਸਾਡਾ ਜੀਵਨ ਹੈ। ਬਿਨਤੀ ਨਾਨਕ ਇਹ ਸਾਰੈ। ਆਪ ਜੀ ਦੇ ਦਰ ਤੇ ਅਸੀਂ ਇਹੀ ਇੱਕ ਬੇਨਤੀ ਕਰਦੇ ਹਾਂ ਕਿ ਸਾਨੂੰ ਨਾਮ ਦੀ ਦਾਤ ਬਖਸ਼ੋ, ਸਾਡੇ ਤੇ ਕਿਰਪਾ ਕਰੋ, ਸਾਨੂੰ ਨਾਮ ਝੋਲੀ ਵਿੱਚ ਪਾ ਦਿਓ। हे ਪ੍ਰਭੂ, ਵਿਸਰ ਨਾਹੀ ਦਾਤਾਰ, ਆਪਣਾ ਨਾਮ ਦੇਵੋ, ਗੁਣ ਗਾਵਾਂ ਦਿਨ ਰਾਤ, ਨਾਨਕ ਚਾਉ ਇਨਾਮ। ਸਤਿਗੁਰੂ ਸਾਨੂੰ ਸਮਝਾਉਂਦੇ ਨੇ, ਭਾਈ ਉਸ ਪਰਮਾਤਮਾ ਦੇ ਭੈ ਵਿੱਚ ਰਹੋ, ਨਾਮ ਬਾਣੀ ਵਾਲਾ ਜੀਵਨ ਬਤੀਤ ਕਰੋ। ਜੋ ਸਾਨੂੰ ਗੁਰੂ ਆਖਦਾ, ਜੋ ਪਰ ਕਹੈ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲਾ। ਉਹ ਮੰਨਣਾ ਚਾਹੀਦਾ। ਜਦੋਂ ਅਸੀਂ ਗੁਰੂ ਦੇ ਬਚਨ ਮੰਨਾਂਗੇ, ਉਦੋਂ ਅਸੀਂ ਸੁਖੀ ਹੋ ਜਾਵਾਂਗੇ। ਬਡੂਕਾ ਚੌਧਰੀ ਖਡੂਰ ਸਾਹਿਬ ਤੋਂ ਸਾਧ ਸੰਗਤ ਨੂੰ ਨਰਕੀ ਦੇ ਦੌਰੇ ਕਰਕੇ ਬੜਾ ਦੁਖੀ ਹੁੰਦਾ, ਇਹਨੂੰ ਨਰਕੀ ਪੈਂਦੀ। ਇਸ ਨੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸਤਿਗੁਰੂ ਮਹਾਰਾਜ, ਮੈਨੂੰ ਨਰਕੀ ਦਾ ਰੋਗ ਲੱਗਿਆ, ਬੜਾ ਦੁਖੀ ਹੈ ਮਹਾਰਾਜ। ਬੜੇ ਇਲਾਜ ਵੀ ਕਰਾਏ, ਦਵਾਈਆਂ ਵੀ ਲਈਆਂ, ਪਰ ਸਤਿਗੁਰੂ ਜੀਓ ਕਦੇ ਇਹ ਰੋਗ ਮਿਟਿਆ ਹੀ। ਆਪ ਜੀ ਸਾਡੇ ਤੇ ਕਿਰਪਾ ਕਰ ਦੋ, ਦਇਆ ਕਰ ਦਿਓ। ਸਤਿਗੁਰੂ ਕਹਿਣ ਲੱਗੇ, ਭਾਈ ਤੂੰ ਸ਼ਰਾਬ ਪੀਣ ਦਾ ਆਦੀ ਹੈ, ਤੂੰ ਸ਼ਰਾਬ ਛੱਡ ਦੇ ਤੇ ਨਰਕੀ ਤੈਨੂੰ ਛੱਡ ਦੋ। ਤਾਂ ਉਸ ਸਮੇਂ ਸਾਧ ਸੰਗਤ ਇਸਨੇ ਸਤਿਗੁਰਾਂ ਦਾ ਬਚਨ ਮੰਨਿਆ। 8 ਸਾਲ ਲਗਾਤਾਰ ਇਹਨੇ ਸ਼ਰਾਬ ਨਾ ਪੀਤੀ। ਇਹਦੀ ਜਿਹੜੀ ਹਵੇਲੀ ਸੀ ਨਾ, ਗੁਰਦੁਆਰਾ ਅਖਾੜਾ ਸਾਹਿਬ, ਜਿੱਥੇ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਜੀ
ਜਿਹੜੇ ਨਗਰ ਦੇ ਬੱਚੇ ਹੁੰਦੇ ਸਨ, ਪਹਿਲਵਾਨ ਹੁੰਦੇ ਸਨ, ਉਹਨਾਂ ਨੂੰ ਅਖਾੜਾ ਘੋਲ ਕਰਾਇਆ ਕਰਦੇ ਸਨ, ਕੁਸ਼ਤੀ ਕਰਾਇਆ ਕਰਦੇ ਸਨ। ਤਾਂ ਉਸ ਸਮੇਂ ਸਤਿਗੁਰੂ ਮਹਾਰਾਜ ਜੀ ਉੱਥੇ ਦੀਵਾਨ ਵੀ ਲਾਇਆ ਕਰਦੇ। ਇੱਕ ਦਿਨ ਕੀ ਹੋਇਆ, ਇਹਦੇ ਮਨ ਵਿੱਚ ਫਿਰ ਸ਼ਰਾਬ ਪੀਣ ਵਾਸਤੇ ਇੱਛਾ ਪੈਦਾ ਹੋ ਗਈ। ਸਾਉਣ ਦਾ ਮਹੀਨਾ ਸੀ, ਉਧਰ ਬੱਦਲਵਾਈ ਆ ਗਈ, ਪੂਰੀ ਬੱਦਲ ਚੜ੍ਹ ਗਈ, ਥੋੜੀਆਂ ਥੋੜੀਆਂ ਕਣੀਆਂ ਪੈਣ ਲੱਗ ਗਈਆਂ। ਇਹ ਆਪਣੇ ਚੁਬਾਰੇ ਤੇ ਬੈਠਾ ਤੇ ਮਨ ਵਿੱਚ ਕਰਨਾ ਬਣ ਗਿਆ ਵੀ ਅੱਜ ਸ਼ਰਾਬ ਪੀਣੀ। ਇਹਨੇ ਆਪਣੇ ਨੌਕਰ ਨੂੰ ਕਿਹਾ ਕਿ ਜਾ ਸ਼ਰਾਬ ਲੈ ਕੇ ਜਾ। ਤਾਂ ਉਸ ਸਮੇਂ ਇਹਦਾ ਨੌਕਰ ਲੈ ਕੇ ਆਇਆ। ਇਹਨੇ ਸ਼ਰਾਬ ਪੀ ਲਈ ਤੇ ਸਾਧ ਸੰਗਤ ਫਿਰ ਨਸ਼ੇ ਦੇ ਵਿੱਚ ਉੱਚੀ ਉੱਚੀ ਬੋਲਣ ਲੱਗ ਪਿਆ। ਇੱਧਰ ਸਤਿਗੁਰੂ ਅੰਗਦ ਦੇਵ ਮਹਾਰਾਜ ਜੀ ਵੀ ਜਿੱਥੇ ਦੀਵਾਨ ਲਾਉਂਦੇ ਸਨ, ਉੱਥੇ ਸੰਗਤਾਂ ਵਿੱਚ ਬਿਰਾਜਮਾਨ ਨੇ। ਇਹਨੇ ਉੱਚੀ ਆਵਾਜ਼ ਵਿੱਚ ਕਿਹਾ, ਬਾਬਾ ਜੀ ਮੈਂ ਸ਼ਰਾਬ ਪੀ ਲਈ ਹੈ ਤੇ ਤੁਹਾਡਾ ਭਜਨ ਛੱਡ ਦਿੱਤਾ। ਤਾਂ ਉਸ ਸਮੇਂ ਜਦੋਂ ਸਤਿਗੁਰੂ ਜੀ ਨੇ ਇਹਦਾ ਉੱਚੀ ਆਵਾਜ਼ ਦੇ ਵਿੱਚ ਇਹ ਕਹਿਣਾ ਸੁਣਿਆ ਨਾ, ਤੇ ਮਹਾਰਾਜ ਜੀ ਸਹਿਜ ਭਾਏ ਬੋਲੇ, ਭਾਈ ਨਿਰਗੀ ਵੀ ਸਾਡੀ ਬਦਨਾਂ ਦੀ ਬੰਨੀ ਹੋਈ ਸੀ, ਹੁਣ ਤੂੰ ਸਾਡੇ ਬਦਨ ਛੱਡ ਦਿੱਤੇ ਤੇ ਅਸੀਂ ਮਿਰਗੀ ਛੱਡ ਦਿੱਤੇ। ਤਾਂ ਉਸ ਸਮੇਂ ਸਾਧ ਸੰਗਤ ਉਸੇ ਸਮੇਂ ਇਹਨੂੰ ਮਿਰਗੀ ਦਾ ਦੌਰਾ ਪਿਆ। ਚੁਬਾਰੇ ਤੋਂ ਮੂਹਰੇ ਨੂੰ ਆ ਕੇ ਹੇਠਾਂ ਡਿੱਗਿਆ, ਮੌਤ ਹੋ ਗਈ। ਜਿੰਨਾ ਸਮਾਂ ਦੇਖੋ ਸਰੀਰ ਨੂੰ ਦੁੱਖ ਲੱਗਿਆ ਹੋਇਆ ਸੀ, ਸਤਿਗੁਰਾਂ ਦੇ ਬਚਨ ਮੰਨਦਾ ਰਿਹਾ, ਉਹਨਾਂ ਸਮਾਂ ਤਾਂ ਠੀਕ ਰਿਹਾ। ਤੇ ਜਦੋਂ ਬਚਨ ਭੁਲਾ ਦਿੱਤੇ ਤੇ ਫੇਰ ਦੁਖੀ ਹੋ ਗਿਆ, ਫਿਰ ਦੁੱਖ ਦੇ ਕਰਕੇ ਮੌਤ ਵੀ ਹੋ ਗਈ। ਜਿਹੜੇ ਤਾਂ ਗੁਰੂ ਸਾਹਿਬਾਂ ਦਾ ਬਚਨ ਮੰਨਦੇ ਨੇ, ਭਾਵੇਂ ਉਹ ਦੁਖੀ ਵੀ ਹੋਣ ਫਿਰ ਵੀ ਸੁਖੀ ਹੋ ਜਾਂਦੇ, ਸਤਿਗੁਰੂ ਨੂੰ ਦੁੱਖ ਕੱਟਦੇ ਨੇ। ਜਿਹੜੇ ਗੁਰੂ ਸਾਹਿਬਾਂ ਦਾ ਬਚਨ ਭੁਲਾ ਦਿੰਦੇ ਨੇ, ਉਹਨਾਂ ਨੂੰ ਫਿਰ ਦੁੱਖ ਹੀ ਦੁੱਖ ਹੈ। ਇਸ ਲਈ ਸਾਨੂੰ ਸਤਿਗੁਰੂ ਬਚਨ ਕਰਦੇ, ਭਾਈ ਸਦਾ ਵਾਹਿਗੁਰੂ ਪਰਮਾਤਮਾ ਦਾ ਨਾਮ ਜਪਿਆ ਕਰੋ, ਗੁਰੂ ਦਾ ਹੁਕਮ ਮੰਨਿਆ। ਜੋ ਕਰ ਕਹੈ ਸੋਈ ਪਲ ਮਾਨੋ, ਹਰ ਹਰ ਕਥਾ ਨਿਰਾਲੀ। ਜਿਹੜੇ ਗੁਰੂ ਦਾ ਹੁਕਮ ਮੰਨਦੇ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ, ਤਾਂ ਖਸਮੈ ਕਾ ਮਹਿਲ ਪਾਏ ਸੀ, ਉਹਨਾਂ ਨੂੰ ਹੀ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ। ਇਸ ਲਈ ਮਹਾਰਾਜ ਨੇ ਬਚਨ ਕੀਤਾ ਨਾ, ਸੇਵਕ ਸਿੱਖ ਪੂਜਨ ਸਭ ਆਵਹਿ, ਸਭ ਗਾਵਹਿ ਹਰ ਹਰ ਊਤਮ ਬਾਣੀ। ਸਾਰੇ ਗੁਰੂ ਘਰ ਵਿੱਚ ਆਉਂਦੇ ਨੇ, ਕੋਈ ਸੇਵਕ ਹੈ ਤੇ ਕੋਈ ਸਿੱਖ ਹੈ। ਕੋਈ ਤਾਂ ਸੇਵਾ ਮਾਤਰ ਆਉਂਦਾ ਵੀ ਮੈਂ ਗੁਰੂ ਘਰ ਜਾ ਕੇ ਨਮਸਕਾਰ ਕਰਕੇ ਆਉਣੀ ਹੈ, ਬਾਣੀ ਸੁਣਨੀ। ਤੇ ਕੋਈ ਸਿੱਖ ਬਣ ਕੇ ਆਉਂਦਾ, ਰਹਿਤ ਰੱਖਦਾ ਹੈ, ਗੁਰੂ ਦਾ ਹੁਕਮ ਮੰਨਦਾ, ਬਾਣੀ ਵਿੱਚ ਚੱਲਦਾ। ਗਾਵਿਆ ਸੁਣਿਆ ਤਿਨ ਕਾ ਹਰ ਖਾਏ ਪਾਵੈ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮ ਮਾਨੀ। ਪਰਮਾਤਮਾ ਵਾਹਿਗੁਰੂ ਗਾਇਆ ਸੁਣਿਆ ਉਹਦਾ ਥਾਂ ਪਾ ਲੈਂਦਾ। ਜਿਹੜਾ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਦਾ, ਹੁਕਮ ਮੰਨਦਾ। ਜਿਹੜਾ ਹੁਕਮ ਨਹੀਂ ਮੰਨਦਾ, ਇੱਕ ਤਾਂ ਗੁਰੂ ਕੋਲ ਵੀ ਆਵੇ ਤੇ ਫਿਰ ਆਪਣੀ ਮਨਮਰਜ਼ੀ ਜੀ ਕਰੇ। ਸਗੋਂ ਗੁਰੂ ਦੇ ਹੁਕਮ ਚਲਾ ਦਿੰਦੇ ਕਈ ਐਸੇ ਵੀ ਨੇ ਜਿਹੜੇ ਗੁਰੂ ਘਰ ਦੇ ਹੁਕਮ ਚਲਾ ਦਿੰਦੇ ਕਿ ਸਾਨੂੰ ਸਾਡੇ ਅਨੁਸਾਰ ਹੋਣਾ ਚਾਹੀਦਾ, ਗ੍ਰੰਥੀ ਸਾਡੇ ਅਨੁਸਾਰ ਹੋਣਾ, ਸਾਡੇ ਅਨੁਸਾਰ ਚੱਲੇ, ਸੇਵਾਦਾਰ ਸਾਡੇ ਅਨੁਸਾਰ ਕਰਨਾ। ਤੇ ਫਿਰ ਉਹ ਜਿਹਾ ਫਲ ਪ੍ਰਾਪਤ ਕਰਦੇ। ਜਿਹੜਾ ਗੁਰੂ ਦਾ ਹੁਕਮ ਮੰਨ ਕੇ ਸੇਵਾਦਾਰ ਬਣ ਕੇ ਰਹੇ, ਉਹਨੂੰ ਫਿਰ ਸੁੱਖ ਪ੍ਰਾਪਤ ਹੋ ਜਾਂਦਾ। ਜਿਹੜਾ ਤਾਂ ਹੁਕਮ ਮੰਨਦਾ ਉਹ ਸੁਖੀ ਹੈ। ਇਸ ਲਈ ਸਾਡਾ ਵੀ ਭਲਾ ਹੈ ਕਿ ਅਸੀਂ ਗੁਰੂ ਦਾ ਹੁਕਮ ਮੰਨੀਏ। ਗੁਰੂ ਦਾ ਹੁਕਮ ਇਹ ਹੈ ਕਿ ਤੂੰ ਬਾਣੀ ਦੇ ਰਾਹ ਤੇ ਚੱਲ, ਬਾਣੀ ਵਾਲਾ ਜੀਵਨ ਬਣਾ, ਪ੍ਰਹਿਤਾਂ ਦਾ ਤਿਆਗ ਕਰ, ਪਖੰਡੀਆਂ ਦਾ ਤਿਆਗ ਕਰ, ਡੇਰੇਦਾਰਾਂ ਦਾ ਤਿਆਗ ਕਰ, ਇੱਕ ਅਕਾਲ ਪੁਰਖ ਦਾ ਪੁਜਾਰੀ ਬਣਾ ਔਰ ਨਾਮ ਨੂੰ ਜਪਿਆ ਕਰ। ਇਹੀ ਸਤਿਗੁਰੂ ਮਹਾਰਾਜ ਸਾਨੂੰ ਇੱਥੇ ਦੱਸ ਰਹੇ ਨੇ ਕਿ ਪ੍ਰਭੂ ਪਰਮੇਸ਼ਰ ਨਾਮ ਨਾ ਵਿਸਰੈ ਤਬ ਜੀਵਨ ਪਾਈਏ। ਤਦੋਂ ਹੀ ਅਸੀਂ ਜੀਵਨ ਪ੍ਰਾਪਤ ਕਰਦੇ ਹਾਂ ਜੇ ਸਾਨੂੰ ਨਾਮ ਨਾ ਵਿਸਰੇ ਭੁੱਲੇ। ਅਸੀਂ ਇਹੀ ਬੇਨਤੀ ਆਪ ਜੀ ਦੇ ਚਰਨਾਂ ਵਿੱਚ ਕਰਦੇ ਹਾਂ, ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਵੋ,
ਗੁਣ ਗਾਵਾਂ ਨਿਤ ਦਿਨ ਰਾਤ ਨਾਨਕ ਜਾਓ ਜੀ। ਸਾਡੇ ਤੇ ਜੀ ਕਿਰਪਾ ਕਰ, ਸਾਨੂੰ ਸਦਾ ਹੀ ਤੇਰੇ ਗੁਣ ਗਾਉਣ ਦਾ ਚਾਅ ਲੱਗਿਆ ਰਹੇ ਕਿ ਮੈਂ ਹੋਰ ਬਾਣੀ ਪੜਾਂ, ਹੋਰ ਨਾਮ ਜਪਾਂ, ਸੇਵਾ ਕਰਕੇ ਆਪਣਾ ਜੀਵਨ ਸਫਲ ਕਰੀਏ। ਸਤਿਗੁਰੂ ਦੀ ਸਾਰਿਆਂ ਤੇ ਕਿਰਪਾ ਰਹਿਮਤ ਕਰ। ਸਮਾਪਤੀ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਰੂਪ ਖਾਲਸਾ ਸਾਧ ਸੰਗਤ ਮਾਫੀ ਬਖਸ਼ ਦੇਣੀ, ਅੱਗੇ ਵਾਸਤੇ ਸਮਰਥ ਬਖਸ਼ ਦੇਣੀ। ਕਵਣ ਬਸੇਰੋ ਦਾਸ ਦਾਸਨ ਕੋ, ਥਾਪਿਓ ਥਾਪਣ ਹਾਰ, ਨਾਮ ਨ ਬਿਸਰੈ ਤਬ ਜੀਵਨ ਪਾਈਐ, ਬਿਨਤੀ ਨਾਨਕ ਏ ਸਾਰੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ